Hello, good morning to all. Welcome from GTB College for Women. ਪਿਛਲੀ ਵਾਰ ਆਪਾਂ ਨੇ ਕਾਵ ਰੂਪਾਂ ਦੇ ਬਾਰੇ ਗੱਲ ਕੀਤੀ ਸੀ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਿਆ ਸੀ ਨਜ਼ਮ ਦੇ ਬਾਰੇ ਤੇ ਅੱਜ ਜੋ ਆਪਣਾ ਦੂਜਾ ਟੌਪਿਕ ਹੈ ਉਹ ਹੈ ਖੁੱਲੀ ਕਵਿਤਾ। ਠੀਕ ਹੈ, ਕਵਿਤਾ ਬਾਰੇ ਵੀ ਤੁਹਾਨੇ ਸੁਣਿਆ ਹੋਊਗਾ, ਖੁੱਲੀ ਕਵਿਤਾ ਬਾਰੇ ਵੀ ਸੁਣਿਆ ਹੋਊਗਾ। ਕਵਿਤਾ ਕੀ ਹੈ ਪਹਿਲਾਂ, ਠੀਕ ਹੈ, ਥੋੜਾ ਜਿਹਾ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰ ਲੈਂਦੇ ਕਿ ਕਵਿਤਾ ਕੀ ਹੁੰਦੀ ਹੈ। ਕਹਿੰਦੇ ਕਵਿਤਾ ਇੱਕ ਸਾਹਿਤ ਦਾ ਅਜਿਹਾ ਰੂਪ ਹੈ, ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਦੇ ਲਈ ਕਾਵਿਕ ਸਾਧਨ ਜਿਵੇਂ ਲੈ, ਅਲੰਕਾਰ, ਸ਼ਬਦ ਦੀ ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ। ਕਹਿੰਦੇ ਕਵਿਤਾ ਦੇ ਵਿੱਚ ਖਿਆਲ ਹੁੰਦੇ ਨੇ, ਭਾਵ ਹੁੰਦੇ ਨੇ, ਦ੍ਰਿਸ਼ ਹੁੰਦੇ ਨੇ, ਆਕਾਰ ਅਤੇ ਧੁਨ ਕੀ ਹੈ ਇਕੱਠੀ ਹੋਈ ਹੁੰਦੀ ਹੈ, ਉਹ ਕੀ ਹੈ ਕਵਿਤਾ ਹੈ। ਠੀਕ ਹੈ, ਕਵਿਤਾ ਇੱਕ ਛੰਦਬੱਧ ਸਾਹਿਤ ਦਾ ਇੱਕ ਛੰਦਬੱਧ ਰੂਪ ਹੈ ਜਿਸ ਦੇ ਵਿੱਚ ਲੈ, ਤਾਲ, ਤੁਕਾਂਤ, ਛੰਦ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਹੈ ਧਿਆਨ ਰੱਖਿਆ ਜਾਂਦਾ ਹੈ। ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਵਿਤਾ। ਇਹ ਕਹਿੰਦੇ ਆਮ ਅਰਥਾਂ ਦੇ ਨਾਲੋਂ ਹੋਰ ਵੀ ਵਧੇਰੇ ਵਧੀਆ ਅਰਥ ਪ੍ਰਦਾਨ ਕਰਨ ਵਾਲੀ ਇੱਕ ਗੱਲ ਹੈ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਵਿਤਾ ਹੈ। ਤੇ ਆਪਾਂ ਕਹਿੰਦੇ ਆ ਕਿ ਖੁੱਲੀ ਕਵਿਤਾ ਕੀ ਹੈ। ਹੁਣ ਅੱਜ ਆਪਾਂ ਪੜਾਂਗੇ ਖੁੱਲੀ ਕਵਿਤਾ। ਪਹਿਲਾਂ ਕੀ ਹੁੰਦੀ ਸੀ, ਜਿਹੜੀ ਕਵਿਤਾ ਹੁੰਦੀ ਸੀ ਉਹ ਛੰਦਾਂ ਦੇ ਵਿੱਚ ਲਿਖੀ ਜਾਂਦੀ ਸੀ। ਜੇ ਆਪਾਂ ਰਵਾਇਤੀ ਕਵਿਤਾ ਦੀ ਗੱਲ ਕਰੀਏ, ਪੁਰਾਣੀ ਮਤਲਬ ਪਰੰਪਰਾ ਦੀ ਗੱਲ ਕਰੀਏ ਤਾਂ ਕਵਿਤਾ ਨੂੰ ਛੰਦ ਦੇ ਰੂਪ ਵਿੱਚ ਲਿਖਣਾ, ਉਸਦੇ ਵਜ਼ਨ ਦਾ ਧਿਆਨ ਰੱਖਣਾ, ਇਹ ਸਾਰੀ ਚੀਜ਼ਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ। ਪਰ ਕਹਿੰਦੇ ਅੱਜ ਕੱਲ੍ਹ ਆਧੁਨਿਕ ਟਾਈਮ ਦੇ ਵਿੱਚ ਬਹੁਤ ਸਾਰੇ ਕਵੀ ਅਜਿਹੇ ਹੋਏ ਨੇ ਜਿਨ੍ਹਾਂ ਨੇ ਕਿ ਖੁੱਲੀ ਕਵਿਤਾ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਖੁੱਲੀ ਕਵਿਤਾ ਮੀਨਸ ਜਿਸ ਦੇ ਵਿੱਚ ਛੰਦ, ਤਾਲ, ਤੁਕਾਂਤ, ਲੈ ਇਹਨਾਂ ਚੀਜ਼ਾਂ ਦਾ ਕੋਈ ਬੰਧਨ ਨਹੀਂ ਹੁੰਦਾ, ਇਹ ਜਿਹਾ ਕੋਈ ਨਿਯਮ ਨਹੀਂ ਹੁੰਦਾ। ਤਾਂ ਚਲੋ ਆਪਾਂ ਹੁਣ ਇਸ ਨੂੰ ਪੂਰੀ ਡਿਟੇਲ ਦੇ ਵਿੱਚ ਕਰਾਂਗੇ। ਕਹਿੰਦੇ ਖੁੱਲੀ ਕਵਿਤਾ ਇੱਕ ਅਜਿਹਾ ਕਾਵ ਭੇਦ ਹੈ ਜਿਸ ਦੀ ਕੋਈ ਵੀ ਮੁਕੰਮਲ ਪਰਿਭਾਸ਼ਾ ਕਾਇਮ ਨਹੀਂ ਹੋ ਸਕੀ। ਕਹਿਣ ਦਾ ਮਤਲਬ ਕਹਿੰਦੇ ਇਹ ਇੱਕ ਅਜਿਹਾ ਕਾਵ ਦਾ ਰੂਪ ਹੈ, ਇਸਦੀ ਅੱਜ ਤੱਕ ਕੋਈ ਵੀ ਇੱਕ ਪਰਿਭਾਸ਼ਾ ਜੇ ਆਪਾਂ ਕਹਿ ਦਈਏ ਪਰਟੀਕੂਲਰ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਇਸ ਦੀ ਪ੍ਰਕਿਰਤੀ ਕਹਿੰਦੇ ਅਜਿਹੀ ਹੈ ਕਿ ਇਸ ਦੀ ਇੱਕ ਮੁਕੰਮਲ ਪਰਿਭਾਸ਼ਾ ਦੇ ਵਿੱਚ ਲਿਖਣਾ ਬਹੁਤ ਮੁਸ਼ਕਿਲ ਹੈ। ਇਸ ਨੂੰ ਇੱਕ ਪਰਿਭਾਸ਼ਾ ਦੇ ਵਿੱਚ ਲਿਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਇਸ ਲਈ ਇਸ ਦੀ ਕੋਈ ਪਰਿਭਾਸ਼ਾ ਕੰਪਲੀਟ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਇਸ ਦੀ ਪਰਿਭਾਸ਼ਾ ਦਿੰਦੇ ਸਮੇਂ ਸਾਨੂੰ ਇਹ ਦੱਸਣਾ ਪੈਂਦਾ ਹੈ ਕਿ ਇਸ ਪ੍ਰਕਾਰ ਦੀ ਕਵਿਤਾ ਦੇ ਵਿੱਚ ਫਲਾਣੀ ਚੀਜ਼ ਸ਼ਾਮਿਲ ਨਹੀਂ ਹੁੰਦੀ। ਕਹਿੰਦੇ ਜਦੋਂ ਆਪਾਂ ਇਸ ਦੀ ਪਰਿਭਾਸ਼ਾ ਦਿੰਦੇ ਹਾਂ ਤਾਂ ਆਪਾਂ ਨੂੰ ਇਹ ਗੱਲਾਂ ਦੱਸਣੀਆਂ ਪੈਂਦੀਆਂ ਨੇ ਵੀ ਇਹਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਨਹੀਂ ਹੁੰਦੀਆਂ। ਕਹਿੰਦੇ ਇਸ ਨਿਖੇੜੂ ਸਿਧਾਂਤ ਦੇ ਅਨੁਸਾਰ ਖੁੱਲੀ ਕਵਿਤਾ ਉਹ ਹੁੰਦੀ ਹੈ ਜਿਸ ਦੇ ਵਿੱਚ ਤੁਕਾਂਤ, ਛੰਦ ਤੇ ਉਸ ਦੇ ਰੂਪ ਅਤੇ ਲੱਛਣਾਂ ਵਾਲੀ ਸਭ ਚੀਜ਼ਾਂ ਅਰਥਾਤ ਯਤੀ, ਗਤੀ, ਲਘੂ, ਗੁਰੂ, ਠੀਕ ਹੈ, ਲਘੂ ਗੁਰੂ ਇਹ ਛੰਦ ਨੇ, ਲਘੂ ਵੀ ਛੰਦ ਹੁੰਦਾ, ਗੁਰੂ ਵੀ ਛੰਦ ਹੁੰਦਾ ਅਤੇ ਤੁਕਾਂਤ ਮੇਲ ਦੀ ਕੀ ਹੁੰਦੀ ਹੈ ਅਣਹੋਂਦ ਹੁੰਦੀ ਹੈ। ਇਸ ਦੇ ਵਿੱਚ ਕੇਵਲ ਤਾਲ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਕਹਿਣ ਦਾ ਮਤਲਬ ਜਿਹੜੀ ਖੁੱਲੀ ਕਵਿਤਾ ਹੁੰਦੀ ਹੈ ਉਸ ਦੇ ਵਿੱਚ ਛੰਦ, ਠੀਕ ਹੈ, ਜਤੀ, ਗਤੀ, ਤੁਕਾਂਤ ਇਹ ਸਾਰੀਆਂ ਚੀਜ਼ਾਂ ਦੀ ਅਣਹੋਂਦ ਹੁੰਦੀ ਹੈ। ਇਸ ਦੇ ਵਿੱਚ ਸਭ ਤੋਂ ਮੇਨ ਗੱਲ ਕੀ ਹੈ ਕਿ ਇਸ ਦੇ ਵਿੱਚ ਸਿਰਫ ਤਾਲ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਕਹਿੰਦੇ ਖੁੱਲੀ ਕਵਿਤਾ ਦੇ ਇਸ ਸਿਧਾਂਤ ਉੱਤੇ ਆਧਾਰਿਤ ਹੈ ਕਿ ਕਵਿਤਾ ਤੱਤਾਂ ਦਾ ਬਿਆਨ ਹੈ, ਨਾ ਕਿ ਛੰਦ ਦੇ ਰੂਪ ਅਤੇ ਰੂਪ ਦੇ ਭੇਦਾਂ ਦਾ। ਇਸ ਕਰਕੇ ਖੁੱਲੀ ਕਵਿਤਾ ਲਿਖਣ ਵਾਲਾ ਕਵੀ ਜ਼ਰੂਰੀ ਤੱਤਾਂ ਨੂੰ ਵੱਖਰੇ ਕਰ ਲੈਂਦਾ ਹੈ ਤੇ ਬਿਨਾਂ ਕਿਸੇ ਰੁਕਾਵਟ ਜਾਂ ਬਨਾਵਟ ਤੋਂ, ਉਚੇਚ ਤੋਂ ਨੰਗ ਮਨੰਗਾ ਸਾਫ਼ ਪਾਠਕਾਂ ਦੇ ਅੱਗੇ ਉਸ ਨੂੰ ਪੇਸ਼ ਕਰਦਾ ਹੈ। ਇਸ ਪ੍ਰਕਾਰ ਖੁੱਲੀ ਕਵਿਤਾ ਅਤੇ ਵਾਰਤਕ ਦੇ ਵਿੱਚ ਕੇਵਲ ਭੇਦ ਇੰਨਾ ਕੁ ਹੀ ਰਹਿ ਜਾਂਦਾ ਹੈ ਕਿ ਵਾਰਤਕ ਓਨੀ ਤੇਜ਼ੀ, ਜੋਸ਼ ਅਤੇ ਅਸਲੀਅਤ ਦੇ ਨਾਲ ਪਾਠਕਾਂ ਦੇ ਮਨਾਂ ਨੂੰ ਨਹੀਂ ਟੁੰਬ ਸਕਦੀ ਜਿੰਨੀ ਕਿ ਖੁੱਲੀ ਕਵਿਤਾ ਟੁੰਬ ਸਕਦੀ ਹੈ। ਕਹਿਣ ਦਾ ਮਤਲਬ ਜਿਹੜਾ ਕਵੀ ਹੁੰਦਾ ਕਹਿੰਦੇ ਬਿਨਾਂ ਕਿਸੇ ਆਪਾਂ ਕਹਿੰਦੇ ਹਾਂ ਬਿਨਾਂ ਕਿਸੇ ਬਨਾਵਟ ਤੋਂ ਆਪਣੀ ਕਵਿਤਾ ਨੂੰ ਪੇਸ਼ ਕਰਦਾ ਹੈ, ਖੁੱਲ੍ਹੇਆਮ ਉਸ ਨੂੰ ਲਿਖਦਾ ਆਪਣੇ ਵਿਚਾਰਾਂ ਨੂੰ, ਆਪਣੇ ਸ਼ਬਦਾਂ ਨੂੰ। ਠੀਕ ਹੈ ਜੀ, ਕਹਿੰਦੇ ਇਸ ਤਰ੍ਹਾਂ ਇਹ ਜਿਹੜੀ ਕਵਿਤਾ ਹੁੰਦੀ ਹੈ ਉਹ ਵਿਅਕਤੀ ਦੇ ਮਨ ਨੂੰ ਛੇਤੀ ਟੁੰਬ ਜਾਂਦੀ ਹੈ। ਕਹਿੰਦੇ ਜਦੋਂ ਫਸਟ ਵਰਲਡ ਵਾਰ ਹੋਈ ਹੈ, ਕਹਿਣ ਦਾ ਮਤਲਬ ਪਹਿਲੀ ਵੱਡੀ ਜੰਗ ਤੋਂ ਮਗਰੋਂ
ਯੂਰਪ ਦੇ ਵਿੱਚ ਖੁੱਲੀ ਕਵਿਤਾ ਦੇ ਬਹੁਤ ਜ਼ਿਆਦਾ ਸ਼ਰਧਾਲੂ ਪੈਦਾ ਹੋ ਗਏ। ਯੂਰਪ ਦੇ ਵਿੱਚ ਵੱਡੀ ਸੰਸਾਰੀ ਜੰਗ ਤੋਂ ਬਾਅਦ ਯੂਰਪ ਦੇ ਵਿੱਚ ਖੁੱਲੀ ਕਵਿਤਾ ਦੇ ਬਹੁਤ ਜ਼ਿਆਦਾ ਸ਼ਰਧਾਲੂ ਪੈਦਾ ਹੋ ਗਏ। ਬਰਤਾਨੀਆ ਅਤੇ ਅਮਰੀਕਾ ਦੇ ਵਿੱਚ ਤਾਂ ਇਸ ਨੇ ਇੰਨੇ ਪੈਰ ਜਮਾ ਲਏ ਕਿ ਰਵਾਇਤੀ ਵਜ਼ਨ ਵਾਲੀ ਕਵਿਤਾ ਨੂੰ ਪਿੱਛੇ ਹੀ ਧੱਕ ਦਿੱਤਾ। ਕਹਿੰਦੇ ਵੀ ਮਤਲਬ ਇਹ ਇੰਨੀ ਜ਼ਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਈ ਕਿ ਜਿਹੜੇ ਪੁਰਾਤਨ ਆਪਾਂ ਕਹਿੰਦੇ ਰਵਾਇਤੀ ਕਵਿਤਾ ਹੁੰਦੀ ਹੈ ਜਿਹਦੇ ਵਿੱਚ ਆਪਾਂ ਕਹਿੰਦੇ ਛੰਦ ਲੈ ਤਾਲੇ ਸਾਰੀਆਂ ਚੀਜ਼ਾਂ ਹੋਣ, ਉਸ ਨੂੰ ਵੀ ਇਸਨੇ ਪਿੱਛੇ ਛੱਡ ਦਿੱਤਾ। ਖੁੱਲੀ ਕਵਿਤਾ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਲਈ ਕੋਈ ਨਵੀਂ ਚੀਜ਼ ਨਹੀਂ ਜੋ ਪਹਿਲਾਂ ਵਜੂਦ ਨਹੀਂ ਸੀ ਰੱਖਦੀ। ਕਹਿੰਦੇ ਵੀ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਖੁੱਲੀ ਕਵਿਤਾ ਨਵੀਂ ਨਹੀਂ ਸੀ, ਪਹਿਲਾਂ ਵੀ ਇਸਦਾ ਵਜੂਦ ਹੈਗਾ ਸੀ। ਪਰ ਕਹਿੰਦੇ ਅੱਜ ਕੱਲ੍ਹ ਦੀ ਪਰਿਭਾਸ਼ਾ ਦੇ ਅਨੁਸਾਰ ਹਜ਼ਰਤ ਸੁਲੇਮਾਨ ਗੀਤ ਸਪਸ਼ਟ ਰੂਪ ਦੇ ਵਿੱਚ ਖੁੱਲੀ ਕਵਿਤਾ ਹੀ ਹਨ। ਹਜ਼ਰਤ ਸੁਲੇਮਾਨ ਦੇ ਜੋ ਗੀਤ ਹਨ ਕਹਿੰਦੇ ਉਹ ਸਪਸ਼ਟ ਰੂਪ ਦੇ ਵਿੱਚ ਖੁੱਲੀ ਕਵਿਤਾ ਹੀ ਹਨ। ਅਰਬੀ ਦੇ ਵਿੱਚ ਜੋ ਕੁਰਾਨ ਸ਼ਰੀਫ ਹੈ ਉਹ ਖੁੱਲੀ ਹੀ ਕਵਿਤਾ ਹੈ। ਪਰੰਤੂ ਜਿਸ ਪ੍ਰਕਾਰ ਦੀ ਕਵਿਤਾ ਨੂੰ ਅੱਜ ਕੱਲ੍ਹ ਖੁੱਲੀ ਕਵਿਤਾ ਕਿਹਾ ਜਾਂਦਾ ਹੈ, ਇਸ ਦਾ ਪੁਰਾਣੇ ਸਮੇਂ ਦੇ ਵਿੱਚ ਕੋਈ ਰਿਵਾਜ ਨਹੀਂ ਸੀ। ਠੀਕ ਹੈ ਜੀ। ਕਹਿੰਦੇ ਪੱਛਮੀ ਦੇਸ਼ਾਂ ਦੇ ਵਿੱਚ ਖੁੱਲੀ ਕਵਿਤਾ ਖੂਬ ਹਰਮਨ ਪਿਆਰੀ ਹੋਈ ਹੈ ਵੈਸਟਰਨ ਕੰਟਰੀਜ਼ ਦੇ ਵਿੱਚ। ਪਰ ਕਹਿੰਦੇ ਪੰਜਾਬੀ ਬੋਲੀ ਦੇ ਵਿੱਚ ਭਾਰਤ ਤੇ ਪੰਜਾਬੀ ਬੋਲੀ ਦੇ ਵਿੱਚ ਇਸ ਨੂੰ ਲੋਕਪ੍ਰਿਯਤਾ ਪ੍ਰਾਪਤ ਨਹੀਂ ਹੋਈ, ਕਿਉਂਕਿ ਭਾਰਤ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲੇ ਉਹਨਾਂ ਲੋਕਾਂ ਤੋਂ ਸੁੰਦਰ ਕਵਿਤਾ ਨਹੀਂ ਲਿਖਦੇ ਜੋ ਛੰਦ ਨਿਯਮਾਂ ਦੀ ਪਾਲਣਾ ਕਰਨ ਵਾਲੇ ਲਿਖਦੇ ਹਨ। ਕਹਿਣ ਦਾ ਮਤਲਬ ਭਾਰਤ ਦੇ ਵਿੱਚ ਜੋ ਕਵੀ ਹਨ ਉਹ ਛੰਦਬੱਧ ਕਵਿਤਾ ਲਿਖਦੇ ਨੇ ਤੇ ਖੁੱਲੀ ਕਵਿਤਾ ਲਿਖਣ ਵਾਲੇ ਕਵੀ ਇੰਨੀ ਵਧੀਆ ਕਵਿਤਾ ਨਹੀਂ ਲਿਖਦੇ ਜਿੰਨੀ ਕਿ ਛੰਦਬੱਧ ਕਵਿਤਾ ਲਿਖਣ ਵਾਲੇ ਜਿਹੜੇ ਕਵੀ ਨੇ ਉਹ ਕਵਿਤਾ ਲਿਖਦੇ ਨੇ। ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲਿਆਂ ਦੇ ਵਿੱਚ ਸਭ ਤੋਂ ਵੱਡਾ ਕਵੀ ਪ੍ਰੋਫੈਸਰ ਪੂਰਨ ਸਿੰਘ ਹੋਇਆ, ਜਿਸ ਦੇ 2 ਕਾਵਿ ਸੰਗ੍ਰਹਿ ਨੇ ਖੁੱਲੇ ਮੈਦਾਨ ਤੇ ਖੁੱਲੇ ਘੁੰਡ। ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਅਤੇ ਵਾਰਤਕ ਦੇ ਵਿੱਚ ਕੋਈ ਭੇਦ ਨਹੀਂ ਜਾਪਦਾ। ਜਿਵੇਂ ਹੇਠਾਂ ਦੇਖੋ ਨਮੂਨਾ। ਕਹਿੰਦੇ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਠੀਕ ਹੈ ਜੀ। ਹੁਣ ਦੇਖੋ ਇਹ ਜਿਹੜੀ ਇਹ ਲਾਈਨਾਂ ਤੁਸੀਂ ਧਿਆਨ ਨਾਲ ਦੇਖੋ, ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਕਿਸੇ ਮਾਤਰਾਵਾਂ ਦਾ, ਵਰਨਾਂ ਦਾ ਜਾਂ ਛੰਦਾਂ ਦਾ ਧਿਆਨ ਰੱਖਿਆ ਗਿਆ? ਤਾਂ ਇਹ ਉਹਨਾਂ ਤੋਂ ਮੁਕਤ ਹੈ। ਠੀਕ ਹੈ। ਕੋਈ ਇਹਨਾਂ ਦਾ ਤੁਕਾਂਤ ਮੇਲ ਨਹੀਂ ਹੋ ਰਿਹਾ, ਕੋਈ ਇਹਨਾਂ ਦੀ ਤੁੱਕ ਨਹੀਂ ਮਿਲ ਰਹੀ, ਹੈ ਨਾ। ਮਤਲਬ ਇਹ ਐਂ ਵੀ ਲੱਗਦਾ ਕਿ ਇੱਕ ਵਾਰਤਕ ਦਾ ਵੀ ਰੂਪ ਲੱਗ ਰਿਹਾ, ਪਰ ਹੈ ਇਹ ਕਵਿਤਾ। ਇਹ ਕੀ ਹੈ? ਛੰਦਾਂ ਤੋਂ ਬਿਨਾਂ ਲਿਖੀ ਹੋਈ ਕਵਿਤਾ ਹੈ। ਤਾਂ ਇਹਨੂੰ ਆਪਾਂ ਖੁੱਲੀ ਕਵਿਤਾ ਕਹਿ ਦਿੰਦੇ ਹਾਂ, ਜਿਸ ਦੇ ਵਿੱਚ ਇਹਨਾਂ ਛੰਦਾਂ ਦਾ, ਲੈ ਦਾ, ਤਾਲ ਮਤਲਬ ਤੁਕਾਂਤਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ। ਖੁੱਲੀ ਕਵਿਤਾ ਜਿਵੇਂ ਆਪਾਂ ਨੂੰ ਮਰਜ਼ੀ ਆਪਾਂ ਲਿਖੋ, ਖੁੱਲ੍ਹ ਕੇ ਲਿਖੋ। ਠੀਕ ਹੈ। ਕੋਈ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਇਸ ਦੇ ਵਿੱਚ, ਉਸ ਨੂੰ ਹੀ ਆਪਾਂ ਖੁੱਲੀ ਕਵਿਤਾ ਕਹਿ ਦਿੰਦੇ ਹਾਂ। ਕਹਿੰਦੇ ਦੂਜੇ ਨੰਬਰ 'ਤੇ ਫਿਰ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਅਤੇ ਹੋਰ ਵੀ ਲੇਖਕ ਜਿਵੇਂ ਪ੍ਰੀਤਮ ਸਿੰਘ ਸਫੀਰ, ਸਮੀਸ਼ਾ ਪਾਸ਼, ਰਵਿੰਦਰ ਰਵੀ, ਸੁਰਜੀਤ ਪਾਤਰ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ, ਡਾਕਟਰ ਜਸਵੰਤ ਸਿੰਘ ਆਦਿ, ਇਹਨਾਂ ਸਾਰਿਆਂ ਨੇ ਕੀ ਹੈ? ਖੁੱਲੀ ਕਵਿਤਾ ਲਿਖੀ ਹੈ। ਪਰ ਕਹਿੰਦੇ ਜਿੰਨੀ ਪ੍ਰਸਿੱਧੀ ਪ੍ਰੋਫੈਸਰ ਪੂਰਨ ਸਿੰਘ ਤੇ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਨੂੰ ਮਿਲੀ ਹੈ, ਉਨੀ ਪ੍ਰਸਿੱਧੀ ਕਿਸੇ ਹੋਰ ਕਵੀ ਨੂੰ ਨਹੀਂ ਮਿਲੀ। ਇਹ ਸੀਗੀ ਅੱਜ ਦਾ ਤੁਹਾਡਾ ਜਿਹੜਾ ਮਤਲਬ ਵਿਸ਼ਾ ਸੀ ਖੁੱਲੀ ਕਵਿਤਾ। ਠੀਕ ਹੈ ਜੀ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ। ਬਹੁਤ ਬਹੁਤ ਧੰਨਵਾਦ। ਥੈਂਕਸ।